ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਮਸਲਿਆਂ ਤੇ ਗੱਲਬਾਤ ਕਰਾਂਗੇ ਉਹਨਾਂ ਵਿੱਚ ਦਿੱਲੀ ਵਿੱਚ ਜਿਸ ਤਰ੍ਹਾਂ ਕਰੋਨਾ ਵਾਇਰਸ ਕਰਕੇ ਹਾਹਾਕਾਰ ਮਚੀ ਹੋਈ ਹੈ, ਆਕਸੀਜਨ ਦੀ ਕਮੀ ਪਹਿਲਾਂ ਹੀ ਚੱਲ ਰਹੀ ਹੈ, ਉਸ ਤੋਂ ਬਾਅਦ ਹੁਣ ਕੁਝ ਹੋਰ ਵੀ ਕਮੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤੇ ਵੈਕਸੀਨ ਦੀ ਘਾਟ ਵੀ ਦਿਖਾਈ ਦੇ ਰਹੀ ਹੈ। ਉਸ ਤੋਂ ਬਾਅਦ ਬਿਹਾਰ ਵਿੱਚ ਕੁਝ ਲਾਸ਼ਾਂ ਪਾਣੀ ਵਿੱਚ ਤੈਰਦੀਆਂ ਦਿਖਾਈ ਦਿੱਤੀਆਂ ਨੇ। ਇਹ ਕਿੱਧਰੋਂ ਆਇਆ ਕੋਈ ਮੰਨਣ ਨੂੰ ਤਿਆਰ ਨਹੀਂ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਬਾਬਾ ਰਾਮਦੇਵ ਪਤਾ ਲੱਗਿਆ ਕਿ ਇੱਕ ਹੋਰ ਪਰਚਾ ਦਰਜ ਹੋ ਗਿਆ। ਇਹ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦੱਸਣਗੇ ਕਿ ਸਾਰੀ ਕੀ ਕਹਾਣੀ ਹੈ ਇਹਦੇ ਪਿੱਛੇ। ਪਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਦਿੱਲੀ ਵਿੱਚ ਕਰੋਨਾ ਵਾਇਰਸ ਕਰਕੇ ਹਾਹਾਕਾਰ ਮਚੀ ਹੈ। ਪਹਿਲਾਂ ਆਕਸੀਜਨ ਦੀ ਕਮੀ ਸੀਗੀ ਤੇ ਹੁਣ ਪਤਾ ਲੱਗਿਆ ਕਿ ਵੈਕਸੀਨ ਦੀ ਵੀ ਕਮੀ ਹੈ। ਕਿਵੇਂ ਦੇਖਦੇ ਹੋ? ਆਕਸੀਜਨ ਦੀ ਕਮੀ ਸੀ ਜੀ, ਵੈਕਸੀਨ ਦੀ ਕਮੀ ਹੈ ਜੀ। ਅਸਲ ਵਿੱਚ ਇਹਨਾਂ ਦੋਵਾਂ ਤੋਂ ਵੱਡੀ ਚੀਜ਼ ਜਿਹੜੀ ਹੈ ਪ੍ਰਸ਼ਾਸਨ ਦੀ ਚੁਸਤੀ ਦਰੁਸਤੀ, ਉਹਦੀ ਅਕਲਮੰਦੀ, ਉਹਦੀ ਇਮਾਨਦਾਰੀ, ਉਹਦੀ ਫਰਜ਼ ਪੂਰਤੀ ਦੀ ਕਮੀ ਹੈ ਜੀ। ਜੇ ਅਕਲਮੰਦੀ ਹੁੰਦੀ ਤੇ ਫਿਰ ਜਦੋਂ ਸਾਰੀ ਦੁਨੀਆ ਮਾੜਾ ਜਿਹਾ ਠਰਾ ਆਵੇ ਤੇ ਪਾਣੀ ਦੀ ਅਗਲੀ ਛੱਲ ਤੋਂ ਪਹਿਲਾਂ ਕੁਛ ਕਿਸ਼ਤੀਆਂ ਬਣਾਉਂਦੀ ਹੈ ਜੀ। ਜਦੋਂ ਬਿਮਾਰੀ ਵਿੱਚ ਥੋੜ੍ਹਾ ਜਿਹਾ ਠਹਿਰਾ ਆਇਆ ਤੇ ਇੰਗਲੈਂਡ ਵਾਲਿਆਂ ਦੂਸਰਿਆਂ ਤੀਸਰਿਆਂ ਨੇ ਸਾਰਿਆਂ ਨੇ ਪ੍ਰਬੰਧ ਕੀਤੇ ਸੀ। ਸਾਡਾ ਪ੍ਰਧਾਨ ਮੰਤਰੀ ਚੋਣਾਂ ਲੜਨ ਵਾਸਤੇ ਜਹਾਜ਼ ਦੇ ਉੱਤੇ ਉਡਾਰੀਆਂ ਕਿਉਂ ਸ਼ੁਰੂ ਕਰ ਦਿੰਦਾ ਜੀ? ਜੇ ਫਰਜ਼ ਦੀ ਪੂਰਤੀ ਦਾ ਖਿਆਲ ਹੁੰਦਾ ਇਹ ਸਾਰੇ ਕੰਮ ਉਦੋਂ ਕਰਨੇ ਚਾਹੀਦੇ ਸੀ। ਇਹਨਾਂ ਨੇ ਸਿਆਸੀ ਚੌਂਚਲੇ, ਚੋਣ ਚੁਟਕਲੇ ਉਹ ਮੁੱਖ ਰੱਖ ਲਏ ਜੀ। ਲੋਕਾਂ ਦਾ ਮਰਨਾ ਇਹਨਾਂ ਸਮਝਿਆ ਕੋਈ ਗੱਲ ਹੀ ਨਹੀਂ। ਨਾ ਆਕਸੀਜਨ ਦੀ ਸਪਲਾਈ ਠੀਕ ਤਰ੍ਹਾਂ ਕੀਤੀ ਜਾ ਸਕੀ। ਦਿੱਲੀ ਵਿੱਚ ਤਾਂ ਭਲਾ ਕੇਜਰੀਵਾਲ ਨਾਲ ਬਣਦੀ ਨਹੀਂ ਜੀ। ਕਰਨਾਟਕਾ 'ਚ ਇਹਨਾਂ ਦੇ ਆਪਣੇ ਮੁੱਖ ਮੰਤਰੀ ਨਾਲ ਵੀ ਨਹੀਂ ਬਣਦੀ, ਉਹ ਤਾਂ ਭਾਜਪਾ ਦਾ। ਉਹਨੂੰ ਵੀ ਹਾਈ ਕੋਰਟ ਜਾਣਾ ਪਿਆ ਜੀ, ਸਾਡੀ ਸਰਕਾਰ ਸਾਨੂੰ ਆਕਸੀਜਨ ਨਹੀਂ ਦਿੰਦੀ। ਬਿਲਕੁਲ। ਕਿੰਨੀਆਂ ਥਾਵਾਂ ਤੇ ਇਹਨਾਂ ਨੇ ਪੌੜੇ ਪਾਏ ਪਏ ਨੇ। ਉਹਦਾ ਕਰਕੇ ਸਾਰੀ ਗੜਬੜਿਆ। ਤੇ ਹੁਣ ਅੱਗੋਂ ਦਵਾਈਆਂ ਦੀ ਹੈ। ਦਵਾਈਆਂ ਦੇ ਮਾਮਲੇ 'ਚ ਅਦਾਲਤ ਨੇ ਪੁੱਛਿਆ ਵੀ 2 ਰੇਟ ਕਿਉਂ ਚੱਲਦੇ ਜੀ। ਕਹਿੰਦੇ ਜੀ ਇਹ 'ਚ ਅਦਾਲਤ ਨੂੰ ਦਖਲ ਦੇਣ ਦੀ ਲੋੜ ਨਹੀਂ। ਜਿਨ੍ਹਾਂ ਨੇ ਬੜੀ ਖੇਚਲ ਕਰਕੇ ਦਵਾਈ ਬਣਾਈ ਹੈ ਉਹਨਾਂ ਨੂੰ ਰੇਟ ਮਿਥਣ ਦਾ ਹੱਕ ਤਾਂ ਹੈਗਾ ਹੀ ਆ। ਉਹ ਕਹਿੰਦੇ ਵੀ ਤੁਹਾਨੂੰ ਕੇਂਦਰ ਸਰਕਾਰ ਨੂੰ ਸਸਤੀ ਕਿਉਂ ਤੇ ਰਾਜਾਂ ਨੂੰ ਮਹਿੰਗੀ ਕਿਉਂ? ਕਹਿੰਦੇ ਜੀ ਕੇਂਦਰ ਸਰਕਾਰ ਨੇ ਇਕੱਠੀ ਖਰੀਦਣੀ ਆ ਤੇ ਰਾਜ ਸਰਕਾਰਾਂ ਨੇ ਕਦੇ ਪੱਤਾ ਖਰੀਦਣਾ ਜੀ। ਇਹਨਾਂ ਨੇ ਵੀ ਥੋਕ 'ਚ ਲੈਣੀ ਹੈ, ਕਰੋੜਾਂ ਦੇ ਹਿਸਾਬ ਨਾਲ ਗੋਲੀਆਂ ਲੈਣੀਆਂ ਨੇ, ਟੀਕੇ ਲੈਣੇ ਨੇ। ਇਹਦੋਂ ਵੱਡਾ ਥੋਕ ਕਿੱਡਾ ਕੁ ਹੁੰਦਾ? ਫਿਰ ਨਾਲ ਇਹ ਕਹਿਤਾ ਦੇਖੋ ਜੀ ਰਾਜ ਸਰਕਾਰਾਂ ਨੇ ਲੈ ਕੇ ਤੇ ਮੁਫਤ ਵੰਡਣੀ ਆ ਤੇ ਅਸੀਂ ਉਹਨਾਂ ਨੂੰ ਕਹਿਤਾ ਕਿ ਅੱਧੀ ਤੁਸੀਂ ਮੁਫਤ ਵੰਡ ਦਿਓ ਤੇ ਅੱਧੀ ਤੁਸੀਂ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿਓ ਜੀ। ਉਹ ਇਸ ਕਰਕੇ ਵੇਚ ਦਿਓ ਕਿ ਕਈ ਲੋਕ ਭੀੜ ਦੇ ਵਿੱਚ ਜਾ ਕੇ ਸਰਕਾਰੀ ਹਸਪਤਾਲ ਲਾਈਨ 'ਚ ਨਹੀਂ ਲੱਗਣਾ ਚਾਹੁੰਦੇ ਤੇ ਉਹ 4 ਪੈਸੇ ਖਰਚ ਕੇ ਬਾਹਰੋਂ ਹਸਪਤਾਲਾਂ ਤੋਂ ਜੇ ਆਪਣਾ ਇਲਾਜ ਕਰਾਉਣਾ ਚਾਹੁੰਦੇ ਕਰਾ ਲੈਣ। ਇਹੋ ਹੀ ਦਵਾਈ ਉੱਥੇ ਹੋਵੇਗੀ, ਇਹੋ ਹੀ ਇੱਥੇ ਹੋਵੇਗੀ। ਇੱਥੇ ਜਿਹੜਾ ਆਵੇ ਉਹਨੂੰ ਮੁਫਤ ਮਿਲੇਗੀ, ਜਿਹੜਾ ਭੀੜ ਤੋਂ ਬਚਣਾ ਚਾਹੁੰਦਾ ਉਹ ਫਿਰ ਪੈਸੇ ਖਰਚ ਕੇ ਜਾ ਕੇ ਲਵਾ ਲੇ। ਇਹ ਸਰਕਾਰ ਪਤਾ ਹੀ ਨਹੀਂ ਕਿੱਦਾਂ ਦਾ ਸਿਸਟਮ ਚਲਾ ਰਹੀ ਜਿਹੜਾ ਕਿਸੇ ਦੇ ਸੰਗੋਂ ਨਹੀਂ ਉਤਰਦਾ ਜੀ। ਅਸੀਂ ਇਹ ਖੁੱਲ੍ਹ ਦੇਤੀ ਆ ਕਿ ਕੇਂਦਰ ਸਰਕਾਰ ਨੂੰ ਹੋਰ ਰੇਟ, ਪਰ ਆਖਿਆ ਕਿ ਰਾਜਾਂ ਨੂੰ ਵੀ ਘੱਟ ਕਰੋ। ਕੰਪਨੀਆਂ ਬੇਲਗਾਮ ਹੋ ਜਾਣ ਤੇ ਫਿਰ ਸਰਕਾਰ ਕਾਹਦੇ ਵਾਸਤੇ ਬਣਾਈ ਹੈ ਜੀ? ਇਹ ਸਾਰਾ ਕੁਝ ਹੀ ਇਸ ਸਰਕਾਰ ਦਾ ਜਿਹੜਾ ਨਾ ਸ਼ੱਕੀ ਹੈ। ਲੋਕਾਂ ਦਾ ਸਿਸਟਮ ਤੋਂ ਭਰੋਸਾ ਇਸ ਕਰਕੇ ਉੱਠਦਾ ਕਿਉਂਕਿ ਨਰਿੰਦਰ ਮੋਦੀ ਸਰਕਾਰ ਜਿਸ ਦਿਨ ਤੋਂ ਬਣੀ ਹੈ 15-15 ਲੱਖ ਦੇਣ ਦੇ ਵਾਅਦੇ ਤੋਂ ਤੁਰ ਕੇ, ਜੀ, ਨੋਟਬੰਦੀ ਤੋਂ ਲੰਘ ਕੇ, GST ਵਾਲੀਆਂ ਪੌੜੀਆਂ ਚੜ੍ਹ ਕੇ, ਫਿਰ ਕਰੋਨਾ ਤੱਕ ਇਹਨੇ ਕਦੇ ਕੋਈ ਕੰਮ ਇਸ ਤਰ੍ਹਾਂ ਦਾ ਕੀਤਾ ਹੀ ਨਹੀਂ ਜਿਹਦੇ ਉੱਤੇ ਦੇਸ਼ ਦੇ ਲੋਕਾਂ ਦਾ ਇਹ ਭਰੋਸਾ ਬੱਝਾ ਹੋਵੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡਾ ਪ੍ਰਧਾਨ ਮੰਤਰੀ ਆ ਤੇ ਸਾਡੇ ਵਾਸਤੇ ਸੋਚਦਾ ਜੀ। ਉਹਨਾਂ ਨੂੰ ਇੱਦਾਂ ਲੱਗਦਾ ਕਿ ਜਿਵੇਂ 2 ਵੱਡੇ ਵਪਾਰਕ ਘਰਾਣਿਆਂ ਵਾਸਤੇ ਅੱਗੇ ਸੋਚਦਾ ਸੀ, ਹੁਣ 2 ਹੋਰਨਾਂ ਬਾਰੇ ਸੋਚਦਾ ਹੋਊਗਾ, ਸਾਡੇ ਲਈ ਨਹੀਂ ਸੋਚਦਾ ਜੀ। ਨਰਿੰਦਰ ਮੋਦੀ ਸਰਕਾਰ ਦਾ ਇਹੋ ਹਾਲ ਰਿਹਾ। ਤੇ ਜੋ ਯੂਪੀ 'ਚ ਪੰਚਾਇਤ ਚੋਣਾਂ 'ਚ ਹੋਇਆ, ਅਗਲਿਆਂ ਸਾਲਾਂ 'ਚ ਅਸੈਂਬਲੀ ਤੇ ਪਾਰਲੀਮੈਂਟ ਚੋਣਾਂ 'ਚ ਵੀ ਹੋਊਗਾ ਜੀ। ਪੰਨੂ ਸਾਹਿਬ, ਇੱਕ ਸਵਾਲ ਹੈ, ਹੁਣ ਬਹੁਤ ਸਾਰੇ ਦੇਸ਼ ਸਾਡੀ ਮਦਦ ਕਰ ਰਹੇ ਆ। ਭਾਰਤ ਦੇ ਜਿਸ ਤਰ੍ਹਾਂ ਦੇ ਹਾਲਾਤ ਹੈ, 40 ਤੋਂ ਵੱਧ ਦੇਸ਼ਾਂ ਤੋਂ ਮਦਦ ਆ ਗਈ ਹੈ। ਆਕਸੀਜਨ ਕੁਛ ਹੱਦ ਤੱਕ ਜ਼ਰੂਰ ਮਿਲੀ ਹੈ। ਇਹਦਾ ਮਤਲਬ ਫਿਰ ਅਜੇ ਤੱਕ ਰਣਨੀਤੀ ਨਹੀਂ ਮਿਲੀ, ਇਹਨਾਂ ਕੋ ਅੰਕੜਿਆਂ ਵਿੱਚ ਵੀ ਹੇਰ ਫਦਲ ਦਿਖ ਰਿਹਾ। ਰਣਨੀਤੀ ਤੇ ਬੇਵਕੂਫਾਂ ਵਾਲੀ ਹੈ। ਹਰਿਆਣੇ ਦੇ ਵਿੱਚੋਂ ਜਿਹੜੀ ਆਕਸੀਜਨ ਹੈ ਉਹ ਦਿੱਲੀ ਨੂੰ ਸਪਲਾਈ ਹੁੰਦੀ, ਚੜ੍ਹਦੇ ਨੂੰ ਜਾਂਦੀ ਜੀ। ਪੰਜਾਬ ਨੂੰ ਆਕਸੀਜਨ ਦੇਣੀ ਆ ਤੇ ਪਹਿਲਾਂ ਹਰਿਆਣਾ ਲੰਘੋ, ਫਿਰ ਦਿੱਲੀ ਲੰਘੋ, ਫਿਰ ਯੂਪੀ ਲੰਘੋ, ਫਿਰ ਬਿਹਾਰ ਲੰਘੋ ਤੇ ਅੱਗੇ ਜਾ ਕੇ ਜਿਹੜਾ ਝਾਰਖੰਡ ਆ ਉਹਦੇ 'ਚੋਂ ਬਕਾਰੋ ਦੇ ਪਲਾਂਟ ਤੋਂ ਲੈ ਕੇ ਆਓ ਜੀ। ਜੇ ਹਰਿਆਣੇ ਵਾਲੇ ਪਲਾਂਟ ਤੋਂ ਦਿੱਲੀ ਨੂੰ ਮਿਲ ਸਕਦੀ ਹੈ
ਤੇ ਇੱਥੋਂ ਪੰਜਾਬ ਨੂੰ ਵੀ ਮਿਲ ਸਕਦੀ ਹੈ, ਬਿਲਕੁਲ ਜਾਂ ਹਰਿਆਣੇ ਨੂੰ ਪਰਲੇ ਪਾਸੇ ਦੇ ਕਿਸੇ ਪਲਾਂਟ ਤੋਂ, ਦਿੱਲੀ ਨੂੰ ਉੱਥੋਂ ਪਰਲੇ ਪਾਸੇ ਦੇ ਕਿਸੇ ਪਲਾਂਟ ਤੋਂ ਲੈ ਦਿਓ, ਸਾਨੂੰ ਇੱਥੋਂ ਦਵਾ ਦਿਓ। ਸਾਡੇ ਵਾਲਿਆਂ ਨੇ ਵੀ ਕੀ ਕੀਤਾ, ਪਿਛਲੇ ਸਾਲ ਦੇ ਵਿੱਚ ਨਹੀਂ ਲਾਏ ਪਲਾਂਟ ਜਿੱਦਾਂ ਲਾਉਣੇ ਚਾਹੀਦੇ ਸਨ ਜੀ। ਹੁਣ ਤਾਂ ਸਾਡੇ ਸਿਹਤ ਮੰਤਰੀ ਸਾਹਿਬ ਵੀ ਕਹਿੰਦੇ ਆ ਸਾਨੂੰ ਆਸ ਹੀ ਨਹੀਂ ਸੀ ਕਿ ਇੰਨੀ ਜ਼ਿਆਦਾ ਬਿਮਾਰੀ ਵੱਧ ਜਾਣੀ ਆ ਜੀ। ਬਿਮਾਰੀ ਨੇ ਪਹਿਲਾਂ ਤੁਹਾਨੂੰ ਲੀਗਲ ਨੋਟਿਸ ਦੇ ਕੇ ਫਿਰ ਆਉਣਾ ਸੀ। ਤੁਹਾਡਾ ਕੰਮ ਹੀ ਇਹ ਸੀ ਕਿ ਤੁਸੀਂ ਸੋਚੋ ਬਿਮਾਰੀ ਫਿਰ ਆ ਨਾ ਜਾਂਦੀ ਹੋਵੇ। ਜੋ ਤੁਹਾਨੂੰ ਦਿਸਦਾ ਸੀ ਮਹਾਰਾਸ਼ਟਰ 'ਚ ਕੀ ਹਾਲ ਹੋਇਆ, ਤੁਹਾਨੂੰ ਜੋ ਦਿਸਦਾ ਸੀ ਬਰਤਾਨੀਆ 'ਚ ਕੀ ਹਾਲ ਹੋਇਆ, ਜਰਮਨੀ, ਇਟਲੀ, ਸਪੇਨ 'ਚ ਕੀ ਹਾਲ ਹੋਇਆ, ਫਰਾਂਸ 'ਚ ਕੀ ਹੋਇਆ ਅਤੇ ਅਮਰੀਕਾ 'ਚ ਕੀ ਹੋਇਆ, ਤੁਸੀਂ ਇਹ ਉਡੀਕਦੇ ਰਹੇ ਕਿ ਬਿਮਾਰੀ ਤੁਹਾਨੂੰ ਰਜਿਸਟਰਡ ਲੈਟਰ ਦੇ ਵਿੱਚ ਨੋਟਿਸ ਭੇਜੇਗੀ ਕਿ ਮੈਂ ਆ ਰਹੀ ਹਾਂ। ਆਪਣੀਆਂ ਗਲਤੀਆਂ, ਹੁਣ ਗਲਤੀਆਂ ਲੋਕਾਂ ਕੋਲ ਜੇ ਮੰਨਣ ਲੱਗੇ ਆ ਤਾਂ ਕੁਝ ਸਿੱਖੋ ਤੁਸੀਂ ਵੀ, ਕੇਂਦਰ ਵਾਲੇ ਵੀ ਸਿੱਖਣ। ਔਰ ਸਭ ਬਕਸਰ ਦੇ ਗੰਗਾ ਘਾਟ 'ਤੇ ਕੁਝ ਲਾਸ਼ਾਂ ਤੈਰਦੀਆਂ ਮਿਲੀਆਂ, ਪ੍ਰਸ਼ਾਸਨ ਕਹੀ ਜਾਂਦੇ ਕਿ ਯੂਪੀ ਆਈਆਂ ਆ, ਉਹ ਕਹਿੰਦੇ ਸਾਨੂੰ ਨਹੀਂ ਪਤਾ ਕਿੱਥੋਂ, ਇਹ ਕੀ ਮਾਮਲਾ? ਦੇਖੋ ਜਿਹੜੀਆਂ ਲਾਸ਼ਾਂ ਉੱਥੇ ਤਰਦੀਆਂ ਮਿਲੀਆਂ ਨੇ ਜੀ, ਤਰਦੀਆਂ ਕਾਹਦੀਆਂ, ਉਹ ਤਾਂ ਹੌਲੀ ਹੌਲੀ ਦਰਿਆ ਦੀਆਂ ਛੱਲਾਂ ਦੇ ਨਾਲ ਉੱਥੇ ਜਿਹੜਾ ਚੌਸਾ ਘਾਟ ਆ ਉਸ ਘਾਟ ਦੇ ਉੱਤੇ ਜਾ ਕੇ ਲੱਗ ਗਈਆਂ ਔਰ ਸਾਰੇ ਦਾ ਸਾਰਾ ਘਾਟ ਉਹਦੇ ਨਾਲ ਢੱਕਿਆ ਗਿਆ ਜੀ। 40-45 ਲਾਸ਼ਾਂ ਨਾਲ ਤੇ ਘਾਟ ਢੱਕਿਆ ਨਹੀਂ ਜਾਂਦਾ, ਕੋਈ 150 200 ਹੋਣਗੀਆਂ, 100 ਹੋਣਗੀਆਂ ਜੀ। ਉੱਥੋਂ ਦਾ ਜ਼ਿਲ੍ਹਾ ਮੈਜਿਸਟਰੇਟ ਕਹਿੰਦਾ ਨਹੀਂ ਮਸਾਂ 40-45 ਲਾਸ਼ ਤਾਂ ਇੱਕ ਵੀ ਵੇਖੀ ਹੋਵੇ ਤੇ ਰਾਤ ਨੂੰ ਮੁੜ ਸੁਪਨੇ 'ਚ ਦਿਖਾਈ ਦਿੰਦੀ ਹੈ। ਇਹਨਾਂ ਨੂੰ 40-45 ਵੀ ਥੋੜ੍ਹੀਆਂ ਜਿਹੀਆਂ ਜਾਪਦੀਆਂ ਜੀ। ਅਗਲੀ ਗੱਲ ਉਹਨੇ ਕਹਿਤੀ ਹੈ ਸਾਡੇ ਬਿਹਾਰ ਦੀਆਂ ਨਹੀਂ, ਬਕਸਰ ਤਾਂ ਬਿਹਾਰ ਦੇ ਵਿੱਚ ਆਉਂਦਾ, ਜ਼ਿਲ੍ਹਾ ਹੈਡਕੁਆਟਰ ਕਹਿੰਦਾ ਸਾਡੀਆਂ ਨਹੀਂ ਯੂਪੀ 'ਚੋਂ ਤਰ ਕੇ ਆਈਆਂ। ਜੇ ਯੂਪੀ 'ਚੋਂ ਤਰ ਕੇ ਆਈਆਂ ਤੇ ਇਨਸਾਨ ਨੇ, ਇਹ ਬੱਕਰੇ ਤਾਂ ਨਹੀਂ ਗਏ, ਬੰਦੇ ਨੇ। ਜੇ ਆ ਗਈਆਂ ਲਾਸ਼ਾਂ ਤੇ ਇਹਨਾਂ ਦਾ ਕੁਝ ਮਾੜਾ ਮੋਟਾ ਸਤਿਕਾਰ ਕਰੋ, ਤੁਸੀਂ ਫੜੋ ਇਹਨਾਂ ਦਾ ਸੰਸਕਾਰ ਕਰੋ ਜੀ। ਕਹਿੰਦੇ ਨਹੀਂ ਜੀ ਇੱਥੇ ਤੇ ਸੰਸਕਾਰ ਕਰਨ ਦੀ ਰਿਵਾਇਤ ਹੈ ਤੇ ਪਿੱਛੋਂ ਉੱਤਰ ਪ੍ਰਦੇਸ਼ ਵਾਲੇ ਉੱਦਾਂ ਹੀ ਰੋੜ ਦਿੰਦੇ। ਉੱਥੇ ਜਿਹੜੇ ਪੰਡਿਤ ਖੜੇ ਨੇ ਉਸ ਘਾਟ ਦੇ ਉੱਤੇ, ਉਹ ਕਹਿੰਦੇ ਜੀ ਲੱਕੜਾਂ ਨਹੀਂ ਮਿਲਦੀਆਂ, ਇਸ ਕਰਕੇ ਸਾਡੇ ਬਕਸਰ ਦੇ ਲੋਕ ਵੀ ਅਸੀਂ ਵੇਖਦੇ ਹਾਂ ਕਿੰਨੀਆਂ ਲਾਸ਼ਾਂ ਅੱਜ ਕੱਲ੍ਹ ਆ ਰਹੀਆਂ ਨੇ, ਉਹਦੀਆਂ ਲੱਕੜਾਂ ਹੀ ਨਹੀਂ, ਲੋਕੀ ਚੁੱਪ ਕਰਕੇ ਦਰਿਆ ਦੇ ਵਿੱਚ ਤਾਰਦੇ ਆ, ਤੁਰ ਜਾਂਦੇ। ਜਿੱਦਾਂ ਮੂਰਤੀਆਂ ਜਲ ਪ੍ਰਵਾਹ ਕਰਦੇ ਆ ਜੀ, ਜਿੱਦਾਂ ਹੋਰ ਚੀਜ਼ਾਂ ਜਲ ਪ੍ਰਵਾਹ ਕਰਦੇ ਆ, ਸਮੱਗਰੀ ਜਲ ਪ੍ਰਵਾਹ ਕਰਦੇ ਆ, ਇਸੇ ਤਰ੍ਹਾਂ ਲਾਸ਼ਾਂ ਨੂੰ ਵੀ ਦਰਿਆ ਪੁਰਦਾ ਕਰਕੇ ਤੇ ਆ ਪਿਛਾਂਹ ਮੁੜ ਜਾਂਦੇ ਨੇ। ਉਹ ਕਹਿੰਦੇ ਲਾਸ਼ਾਂ ਪਿਛਲਿਆਂ ਦੀਆਂ ਯੂਪੀ ਦੀਆਂ ਵੀ ਹੋ ਸਕਦੀਆਂ, ਇੱਥੋਂ ਦੀਆਂ ਵੀ ਹੋ ਸਕਦੀਆਂ। ਬੰਦੇ ਦੀ ਮਰਨ ਪਿੱਛੋਂ ਮਿੱਟੀ ਵੀ ਇਸ ਤਰ੍ਹਾਂ ਪਲੀਤ ਹੋਵੇ ਜੀ, ਉਹਦੀ ਇੰਨੀ ਬੇਕਦਰੀ ਹੋ ਜੇ। ਅੱਗੇ ਦਿੱਲੀ ਦੇ ਵਿੱਚੋਂ ਇੱਕ ਸ਼ਮਸ਼ਾਨ ਘਾਟ ਦੇ ਵਿੱਚੋਂ 40-50 ਸਿਵੇ ਬਲਦੇ ਔਰ ਸ਼ਮਸ਼ਾਨ ਘਾਟ ਦੇ ਗੇਟ ਤੇ ਬਾਹਰ ਸੜਕ ਤੇ ਵੀ ਬਲਦੇ, ਉਹਨਾਂ ਦੀ ਡਰੋਨ ਨਾਲ ਫੋਟੋ ਲੈ ਕੇ ਤੇ ਅਮਰੀਕਾ ਦੀ ਇੱਕ ਮੈਗਜ਼ੀਨ ਨੇ ਛਾਪੀ ਤੇ ਇਹ ਰੌਲਾ ਪਾਉਂਦੇ ਸੀ ਅਮਰੀਕਾ ਦੇ ਵਿੱਚ ਸਾਡੀ ਬਦਨਾਮੀ ਕਰਨ ਦਾ ਮੌਕਾ ਵਰਤਿਆ ਜਾ ਰਿਹਾ, ਸਾਨੂੰ ਭੰਡਿਆ ਜਾ ਰਿਹਾ। ਬਿਲਕੁਲ। ਹੁਣ ਜਦੋਂ ਤੁਹਾਡੇ ਘਾਟ ਦੇ ਉੱਤੇ ਅੱਗੇ ਕਦੇ ਆਉਂਦਾ ਹੁੰਦਾ ਸੀ ਜੀ ਜ਼ਹਿਰੀਲਾ ਪਾਣੀ ਆ ਜਾਣ ਕਰਕੇ ਮੱਛੀਆਂ ਮਰ ਕੇ ਤੇ ਦਰਿਆ ਦੇ ਕੰਢੇ ਤੇ ਆ ਕੇ ਡਿੱਗ ਪਈਆਂ। ਬਿਲਕੁਲ ਇਹ ਚੀਜ਼ਾਂ ਤੇ ਅਸੀਂ ਮੱਛੀਆਂ ਮਰੀਆਂ ਦੀਆਂ ਜਿੱਦਾਂ ਫੋਟੋ ਵੇਖਦੇ ਹੁੰਦੇ ਸਾਂ, ਉੱਦਾਂ ਹੁਣ ਜੇ ਤੁਹਾਡੇ ਦਰਿਆ ਦੇ ਕੰਢੇ ਤੇ ਮਰੇ ਪਏ ਲੋਕਾਂ ਦੀਆਂ ਫੋਟੋ ਔਰ ਦੁਨੀਆ ਭਰ ਦੇ ਮੈਗਜ਼ੀਨਾਂ 'ਚ ਛਪਣਗੀਆਂ, ਅਖਬਾਰਾਂ 'ਚ ਛਪਣਗੀਆਂ, ਟੀਵੀ ਚੈਨਲਾਂ 'ਤੇ ਦਿਸਣਗੀਆਂ, ਤੁਹਾਡਾ ਤੇ ਤੁਹਾਡੇ ਸਾਰੇ ਦੇਸ਼ ਦਾ ਨੱਕ ਨਾ ਵੱਢਿਆ ਜਾਊ। ਇਹਦੇ ਬਾਰੇ ਸੋਚਣ ਦੀ ਥਾਂ ਇਹ ਆਖਣ ਦੇ ਉੱਤੇ ਜ਼ੋਰ ਲੱਗਦਾ ਕਿ ਤਾਂ ਇਹ ਯੂਪੀ 'ਚ ਰੁੜ ਕੇ ਆ ਗਿਆ। ਚਲੋ ਮੰਨ ਲਓ ਯੂਪੀ 'ਚ ਸਹੀ, ਯੂਪੀ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਹੈ ਕਿ ਬਹੁਜਨ ਸਮਾਜ ਪਾਰਟੀ ਦੀ ਹੈ ਜੀ, ਕਾਂਗਰਸ ਪਾਰਟੀ ਦੀ ਸਰਕਾਰ ਹੈ ਉੱਥੇ ਕਿ ਆਮ ਆਦਮੀ ਪਾਰਟੀ ਦੀ ਹੈ। ਯੂਪੀ ਵਿੱਚ ਵੀ ਤੁਹਾਡਾ ਯੋਗੀ ਮਹਾਪੁਰਸ਼ ਉੱਥੇ ਬੈਠਾ, ਉਹਦੀ ਸਰਕਾਰ ਹੈ, ਤੇ ਬਿਹਾਰ ਦੇ ਵਿੱਚ ਵੀ ਤੁਹਾਡੀ ਸਰਕਾਰ ਆ। ਜਨਤਾ ਦਲ ਯੂ ਵਾਲਾ ਮੁੱਖ ਮੰਤਰੀ ਦੇ ਤੁਸੀਂ ਲਿਹਾਜੀ ਬਣਾਇਆ ਸ਼ਰਮਿੰਦਾ ਜਿਹਾ ਕਰਨ ਵਾਸਤੇ। ਪਿਛਲੀ ਵਾਰੀ ਠਿੱਬੀ ਲਾ ਕੇ ਤੁਸੀਂ ਉਹਦੀਆਂ ਸੀਟਾਂ ਘਟਾਤੀਆਂ, ਆਪਣੀਆਂ ਵਧਾਤੀਆਂ, ਉਹਨੂੰ ਤਾਂ ਸ਼ਰਮਿੰਦਾ ਕਰਨ ਵਾਸਤੇ ਤੁਸੀਂ ਮੁੱਖ ਮੰਤਰੀ ਬਣਾਇਆ। ਵੈਸੇ ਤੈਨੂੰ ਬਣਨਾ ਨਹੀਂ ਚਾਹੀਦਾ, ਸਰਕਾਰ ਤੇ ਤੁਸੀਂ ਚਲਾ ਰਹੇ। ਤੁਹਾਡਾ ਸਾਬਕਾ ਕੇਂਦਰੀ ਮੰਤਰੀ ਤੇ ਪਾਰਲੀਮੈਂਟ ਮੈਂਬਰ ਜਿਹੜਾ, ਉਹਦੇ ਘਰ 70 ਐਂਬੂਲੈਂਸਾਂ ਢੱਕ ਕੇ ਖੜੀਆਂ ਕੀਤੀਆਂ ਹੋਣ ਜੀ, ਬਾਹਰ ਦੇ ਲੋਕ ਵੇਖ ਲੈਣ ਤੇ ਰਾਤੋਂ ਰਾਤ ਅੱਧੀਆਂ ਰਹਿ ਜਾਂਦੀਆਂ ਤੇ ਵੇਖਣ ਵਾਲਾ ਤੇ ਪਰਚਾ ਦਰਜ ਕਰਾਇਆ ਜਾਂਦਾ। ਪਰਚਾ ਦਰਜ ਜਿਹਨੇ ਆਪਣੇ ਘਰ ਦੇ ਵਿੱਚ ਐਂਬੂਲੈਂਸਾਂ ਰੱਖੀਆਂ ਉਹਨੂੰ ਤੁਸੀਂ ਕੁਛ ਨਹੀਂ ਕਹਿੰਦੇ ਕਿਉਂਕਿ ਤੁਹਾਡਾ ਲਾਡਲਾ। ਇਸੇ ਤਰ੍ਹਾਂ ਲਾਸ਼ਾਂ ਦੇ ਮਾਮਲੇ ਵਿੱਚ ਵੀ ਤੁਸੀਂ ਜਿਹੜੀ ਰਾਜਨੀਤੀ ਕਰਨੀ ਕਰੀ ਜਾਓ, ਕੌਣ ਤੁਹਾਨੂੰ ਰੋਕਦਾ? ਤੁਹਾਡਾ ਕੋਈ ਮੂੰਹ ਫੜ ਸਕਦਾ ਜੀ। ਪਰ ਇਹ ਤਾਂ ਦੱਸੋ ਬੰਦੇ ਦੀ ਬੇਕਦਰੀ ਕਿਉਂ ਹੋ ਰਹੀ ਆ? ਯੂਪੀ ਦੇ ਵਿੱਚ ਜਿਹੜਾ ਜੰਮਿਆ ਹੋਵੇ ਉਹ ਬੰਦਾ ਨਹੀਂ ਜੀ, ਬੰਦਾ ਤਾਂ ਬੰਦਾ ਹੀ ਹੈ। ਹਿੰਦੁਸਤਾਨ ਦੇ ਵਿੱਚ ਬੰਦੇ ਦੀ ਜਿਹੜੀ ਬੇਕਦਰੀ ਹੋ ਰਹੀ ਹੈ, ਬੇਅਦਬੀ, ਬੇਰੁਤਬੀ ਹੋ ਰਹੀ ਹੈ, ਉਹ ਜਿਹੜਾ ਬਹੁਤ ਮਾੜਾ ਹੋ ਰਿਹਾ ਜੀ। ਇਹਦੇ ਬਾਰੇ ਸਰਕਾਰਾਂ ਨੂੰ ਸ਼ਰਮ ਨਹੀਂ ਆ ਰਹੀ ਜੀ।
ਪੰਜ ਸਾਹਿਬ ਬਾਬੇ ਰਾਮਦੇਵ ਤੇ ਪਤਾ ਲੱਗਾ ਕੋਈ ਪਰਚਾ ਹੋ ਗਿਆ। ਵੈਸੇ ਤਾਂ ਬੰਦਾ ਦੌੜ ਭੱਜ ਲੈਂਦਾ ਕਈ ਥਾਵਾਂ ਤੋਂ ਤੇ ਇਮਿਊਨਿਟੀ ਵੀ ਵਧੀਆ ਹੈ, ਸਾਹ ਵੀ ਪੱਕਾ ਹੋਣਾ ਹੈ। ਇਹ ਹੁਣ ਕੋਈ ਦਵਾਈ ਦੂਈ ਬਣਾਤੀ ਜਾਂ ਕਿਉਂ ਪਰਚਾ ਹੋਇਆ? ਬਾਬਾ ਰਾਮਦੇਵ ਸਾਰਿਆਂ ਦਾ ਮਜ਼ਾਕ ਉਡਾਉਂਦਾ। ਜੀ ਉਡਾਉਣਾ ਹੋਵੇ ਤੇ ਉਹਦਾ ਮਜ਼ਾਕ ਮੈਂ ਉਹਦੇ ਨਾਲ 5 ਗੁਣਾ ਉਡਾ ਸਕਦਾ। ਜੀ ਜੋ ਤਮਾਸ਼ੇ ਉਹ ਕਰਦਾ। ਪਿਛਲਾ ਸਾਲ ਉਹਨੇ ਆਖਿਆ ਮੈਂ ਕੋਰੋਨਲ ਬਣਾ ਲਈ ਹੈ, ਸਾਰੀ ਦੁਨੀਆ ਦੇ ਸਾਇੰਟਿਸਟਾਂ ਤੋਂ ਬਣੀ ਨਹੀਂ, ਮੈਂ ਸਭ ਤੋਂ ਪਹਿਲਾਂ ਬਣਾ ਲਈ ਹੈ। ਜੀ ਜਦੋਂ ਪੁੱਛਿਆ ਕਿ ਬਣਾਉਣ ਵਾਸਤੇ ਕੋਈ ਪਰਮਿਸ਼ਨ ਲਈ ਹੈ, ਬਣਾ ਕੇ ਦਾ ਟ੍ਰਾਇਲ ਕਿਸੇ ਨੂੰ ਦੱਸਿਆ। ਉੱਥੇ ਰਾਜਸਥਾਨ ਦੀ ਯੂਨੀਵਰਸਿਟੀ ਟ੍ਰਾਇਲ ਕਰਾਇਆ। ਉਹ ਯੂਨੀਵਰਸਿਟੀ ਨੇ 2 ਘੰਟਿਆਂ ਬਾਅਦ ਹੀ ਦੱਸਦਾ, ਕਹਿੰਦੇ ਸਾਡੇ ਇੱਥੇ ਕੋਈ ਟ੍ਰਾਇਲ ਹੋਇਆ ਹੀ ਨਹੀਂ, ਸਾਡੇ ਕੋਲ ਤਾਂ ਸਾਧ ਆਇਆ ਹੀ ਨਹੀਂ। ਫਿਰ ਉੱਤਰਾਖੰਡ ਜਿੱਥੇ ਉਹਦੀ ਫੈਕਟਰੀ ਆ, ਉਹਨਾਂ ਆਖਿਆ ਸਾਡੇ ਤੋਂ ਲਾਇਸੈਂਸ ਨਹੀਂ ਲਿਆ, ਕੇਂਦਰ ਸਰਕਾਰ ਨੇ ਆਖਿਆ ਅਸੀਂ ਨਹੀਂ ਲਿਆ। ਤੇ ਅਗਲੇ ਦਿਨ ਕਹਿੰਦਾ ਮੈਂ ਤੇ ਇਹ ਗੱਲ ਆਖਿਆ ਹੀ ਨਹੀਂ ਕਿ ਕਰੋਨਾ ਦੀ ਦਵਾਈ ਹੈ। ਟੀਵੀ ਦੇ ਉੱਤੇ ਵੀਡੀਓ ਰਿਕਾਰਡਿੰਗ ਪਈ ਆ, ਸਾਰੇ ਚੈਨਲਾਂ ਨੇ ਵਿਖਾਇਆ ਕਿ ਬਾਬਾ ਕਹਿੰਦਾ ਕਰੋਨਾ ਦੀ ਦਵਾਈ ਬਣਾ ਲਈ ਹੈ। ਜੀ ਮੁੜ ਕੇ ਬਾਬਾ 24 ਘੰਟਿਆਂ ਬਾਅਦ ਹੀ ਉਹ ਯੋਗ ਆਸਣ ਪਤਾ ਨਹੀਂ ਕਿੰਨੀ ਕਿਸਮ ਦੇ ਆਸਣ ਕਰਦਾ, ਫਿਰ ਉਲਟਾ ਆਸਣ ਕਰ ਗਿਆ, ਯੂ ਟਰਨ ਦੇ ਕੇ ਐ ਸਿਰ ਪਰ ਨੇ ਪਿੱਛੇ ਜਾ ਕੇ ਪੁੱਠੀ ਬਾਜੀ ਲਾ ਗਿਆ, ਕਹਿੰਦਾ ਮੈਂ ਤੇ ਆਖਿਆ ਹੀ ਨਹੀਂ। ਹੁਣ ਇਸ ਸਾਲੇ ਨੇ ਫਿਰ ਉਹ ਡਰਾਮਾ ਕੀਤਾ। 2 ਕੇਂਦਰ ਦੇ ਮੰਤਰੀਆਂ ਨੂੰ ਲਿਆ ਕੇ ਫਿਰ ਆਖਿਆ ਮੈਂ ਕਰੋਨਾ ਦੀ ਦਵਾਈ ਬਣਾ ਲਈ, ਮੈਂ ਰਿਲੀਜ਼ ਕਰ ਰਿਹਾ। ਜੀ ਉਹਨਾਂ ਦੇ ਵਿੱਚ ਭਾਰਤ ਦਾ ਸਿਹਤ ਮਹਿਕਮੇ ਦਾ ਮੰਤਰੀ ਵੀ ਆ, ਖੁਦ ਡਾਕਟਰ ਹੈ, ਤੇ ਉਹਨੂੰ ਪਤਾ ਇਹੋ ਜਿਹੀਆਂ ਮੌਕਿਆਂ ਤੇ ਉਹਨੂੰ ਨਹੀਂ ਜਾਣਾ ਚਾਹੀਦਾ। ਬਿਲਕੁਲ ਬਾਬੇ ਦੀਆਂ ਵੋਟਾਂ ਦੀ ਝਾਕ 'ਚ ਸਾਰੇ ਲੋਕ ਹੀ ਤੁਰ ਪੈਂਦੇ ਆ। ਉਹ ਵੀ ਉੱਥੇ ਚਲਾ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਵੀ ਨਹੀਂ। ਔਰ ਹਿੰਦੁਸਤਾਨ ਦੇ ਸਾਰੇ ਡਾਕਟਰਾਂ ਨੇ ਆਖਿਆ ਜਿਹਨੂੰ ਆਖੋ ਸਾਬਤ ਕਰਕੇ ਵਿਖਾਵੇ, ਇਹ ਠੱਗ ਹੈ, ਤਮਾਸ਼ੇ ਕਰਦਾ। ਜਿਹੜਾ ਬਾਬਾ ਪਿਛਲੇ ਸਾਲ ਕਹਿੰਦਾ ਸੀ ਮੈਂ ਕਰੋਨਾ ਦੀ ਦਵਾਈ ਬਣਾ ਲਈ ਹੈ, ਜਿਹੜਾ ਬਾਬਾ ਅਜੇ 2 ਮਹੀਨੇ ਪਹਿਲਾਂ 2 ਮੰਤਰੀਆਂ ਨੂੰ ਕੋਲ ਖੜੇ ਕਰਕੇ ਕਹਿੰਦਾ ਸੀ ਮੈਂ ਦਵਾਈ ਬਣਾ ਲਈ ਹੈ, ਉਹ ਬਾਬਾ ਹੁਣ ਵੀਡੀਓ ਦੇ ਉੱਤੇ ਕਹਿਣ ਡਿਆ ਕਰੋਨਾ ਤੇ ਹੈ ਹੀ ਕੁਛ ਨਹੀਂ, ਲੋਕਾਂ ਨੂੰ ਬੇਵਕੂਫ ਬਣਾਇਆ। ਜੀ ਆਕਸੀਜਨ ਘਟ ਗਈ, ਕਿੱਦਾਂ ਘਟ ਗਈ? ਆਹ ਵੇਖੋ ਤੁਹਾਡੇ ਖੱਬੇ ਸੱਜੇ 2 ਆਕਸੀਜਨ ਦੇ ਸਿਲੰਡਰ ਲੱਗੇ ਆ, ਇਹਨਾਂ ਨਾਲ ਤੁਸੀਂ ਸਾਹ ਖਿੱਚੋ। ਜੇ ਆਕਸੀਜਨ ਦੇ ਸਿਲੰਡਰ ਲੱਗੇ ਆ ਤੇ ਤੂੰ ਕੋਰੋਨਲ ਜਿਹੜੀ ਬਣਾਈ ਸੀ ਉਹ ਕਦੇ ਨਹੀਂ ਬਣਾਈ ਸੀ? ਜੀ ਵੇਚ-ਵੂਚ ਕੇ ਜਿੰਨਾ ਕਮਾਲ ਬਣਿਆ ਸੀ, ਹੁਣ ਤੈਨੂੰ ਇਹ ਆਕਸੀਜਨ ਦੇ ਸਿਲੰਡਰ ਦਿਸਣ ਲੱਗ ਪਿਆ, ਕਿਉਂਕਿ ਸਰਕਾਰ ਨਾਲ ਤੇਰੀ ਢੋਆ, ਤੈਨੂੰ ਕੋਈ ਪੁੱਛਣ ਵਾਲਾ ਹੈ ਨਹੀਂ। ਇਸ ਕਰਕੇ ਆ ਸਾਰੇ ਦੇ ਸਾਰੇ ਹਸਪਤਾਲਾਂ ਵਾਲੇ ਬੇਵਕੂਫ ਨੇ। ਕੇਂਦਰ ਦੇ ਮੰਤਰੀ ਮਰ ਗਏ। ਆ ਕੁੰਭ ਦਾ ਮੇਲਾ ਤੇ ਤੇਰੇ ਗੁਆਂਢ ਲੱਗਾ ਸੀ। ਜੀ ਹਰਿਦੁਆਰ 'ਚ ਲੱਗਾ ਸੀ। ਹਰਿਦੁਆਰ 'ਚ ਤੇਰਾ ਪਤੰਜਲੀ ਪੀਠ ਹੈ, ਉੱਥੇ 2 ਮਹਾਮੰਡਲੇਸ਼ਵਰ ਮਰ ਗਏ। 150 ਦੇ ਕਰੀਬ ਉੱਥੇ ਹੋਰ ਸ਼ਰਧਾਲੂ ਆਏ ਸੀ ਜਿਹੜੇ ਉਹ ਮਰ ਗਏ। ਉੱਥੇ ਗੰਗਾ ਮਾਈ ਦਾ ਇਸ਼ਨਾਨ ਕਰਦੇ ਪਏ ਸੀ, ਉਹਨਾਂ ਦੇ ਨੱਕ ਵਾਲੇ ਦੋਵੇਂ ਸਿਲੰਡਰ ਜਿਹੜੇ ਆ ਉਹ ਜਾਣ ਲੱਗਾ ਤੇਰੀ ਪਤੰਜਲੀ ਪੀਠ ਜਮ੍ਹਾਂ ਕਰਾ ਕੇ ਸਾਨੂੰ, ਉਹ ਕਿਉਂ ਮਰ ਗਏ? ਜੀ ਬਹੁਤ ਵੱਡਾ ਸਵਾਲ ਹੈ। ਇਹ ਬਾਬੇ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੁੱਛਦੀ ਹੈ। ਸਾਡੇ ਜਲੰਧਰ ਦੇ ਵਿੱਚੋਂ ਡਾਕਟਰ ਦਾਈਆ, ਉਹ ਡਾਕਟਰ ਵੀ ਕਾਮਯਾਬ ਡਾਕਟਰ ਨੇ। ਜੀ ਉਹਨਾਂ ਦਾ ਨਵਜੋਤ ਦਾਈਆ ਦਾ ਆਪਣਾ ਨਰਸਿੰਗ ਹੋਮ ਚੱਲਦਾ ਇੱਥੇ, ਬਹੁਤ ਵੱਡਾ ਉਹਨਾਂ ਦਾ ਗਲੋਬਲ ਹਸਪਤਾਲ ਵੀ ਚੱਲਦਾ। ਜੀ ਪਰ ਉਹ ਹਿੰਦੁਸਤਾਨ ਦੇ ਡਾਕਟਰਾਂ ਦੀ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ, ਉਹ ਸਾਰੇ ਹਿੰਦੁਸਤਾਨ ਦੇ ਵਾਈਸ ਪ੍ਰੈਜ਼ੀਡੈਂਟ ਹੈ। ਉਹਨਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਜੀ ਉਹ ਸਾਧ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ, ਕਿਉਂਕਿ ਸਾਰੇ ਦੇਸ਼ ਦੀ ਜਿਹੜੀ ਮੈਡੀਕਲ ਕਮਿਊਨਿਟੀ ਆ, ਡਾਕਟਰੀ ਭਾਈਚਾਰਾ, ਉਹਦੇ ਮਾਣ ਸਤਿਕਾਰ ਨੂੰ ਉਹਨੇ ਸੱਟ ਮਾਰੀ ਹੈ। ਜਿਹੜੀ ਕਰੋਨਾ ਦੀ ਬਿਮਾਰੀ ਤੋਂ ਦੁਨੀਆ ਭਰ ਦੇ ਲੋਕ ਤੰਗ ਆ, ਇਹਨੇ ਆਖਿਆ ਕੋਈ ਬਿਮਾਰੀ ਨਹੀਂ, ਇਹਨੇ ਜੋ ਕੁਝ ਹੈ ਉਹਦੇ ਬਾਰੇ ਗੱਲਾਂ ਕਹੀਆਂ ਸਾਰੀਆਂ ਗਲਤ ਕਹੀਆਂ ਨੇ। ਜੀ ਹੁਣ ਸਾਧ ਨੂੰ ਕੀ ਦੱਸੀਏ? ਜੋ ਕੁਝ ਸਾਨੂੰ ਪੱਤਰਕਾਰਾਂ ਨੂੰ ਵੇਖਣਾ ਪੈਂਦਾ, ਸਾਨੂੰ ਪਤਾ। ਅੱਜ ਸਵੇਰੇ ਉੱਠਦਿਆਂ ਮੇਰੇ ਕੋਲ ਮੈਸੇਜ ਆ ਗਿਆ ਅੰਮ੍ਰਿਤਸਰ ਤੋਂ, ਡਾਕਟਰ ਸਾਹਿਬ ਨੇ ਭੇਜਿਆ, 1 ਮਹੀਨੇ ਦੀ ਬੱਚੀ ਨੂੰ ਕਰੋਨਾ ਹੋ ਗਿਆ। ਜੰਮਦੇ ਜਵਾਕਾਂ ਨੂੰ ਕਰੋਨਾ ਹੋ ਰਿਹਾ, 1 ਮਹੀਨੇ ਦੀ ਬੱਚੀ ਨੂੰ। ਉਹਨਾਂ ਦਾ ਟ੍ਰੀਟਮੈਂਟ ਕੀਤਾ। ਟ੍ਰੀਟਮੈਂਟ ਤੋਂ ਬਾਅਦ ਹੁਣ ਜਦੋਂ ਉਹਦੀ ਨੈਗੇਟਿਵ ਰਿਪੋਰਟ ਆ ਗਈ ਹੈ, ਉਦੋਂ ਉਹਦੇ ਠੀਕ ਹੋਣ ਤੋਂ ਬਾਅਦ ਉਹਦੀ ਫੋਟੋ ਭੇਜੀ। ਮੈਂ ਅਜੇ ਵੀ ਉਹਦੀ ਫੋਟੋ ਜਦੋਂ ਵੇਖਦਾ ਨਾਲ ਹੀ ਮੈਂ ਬੰਦ ਕਰ ਦੇਣਾ, ਵੇਖਣ ਨੂੰ ਦਿਲ ਨਹੀਂ ਕਰਦਾ। ਜੀ ਤੇ ਮੇਰੀ ਮਜਬੂਰੀ ਆ ਕਿ ਮੈਂ ਦਰਸ਼ਕਾਂ ਨੂੰ ਵਿਖਾ ਨਹੀਂ ਸਕਦਾ। ਜਿੱਥੇ 1 ਮਹੀਨੇ ਦੇ ਬੱਚਿਆਂ ਨੂੰ ਕਰੋਨਾ ਹੋਣ ਡਿਆ, ਜਿਹੜੇ ਆਹ 2 ਸਿਲੰਡਰ ਸਾਧ ਦੱਸਦਾ, ਇਹ ਸਾਡੀ ਉਮਰ ਦੇ ਲੋਕਾਂ ਨੂੰ ਨਾ ਵਰਤਣੇ ਆਉਂਦੇ ਹੋਣਗੇ, ਸਾਡੇ ਤੋਂ ਵੱਡਿਆਂ ਨੂੰ ਨਾ ਵਰਤਣੇ ਆਉਂਦੇ ਹੋਣਗੇ। ਯੋਗਾ ਜੀ ਨੂੰ ਸਿਖਾਉਣਾ ਸਿਖਾ ਦੇਵੇ। 1 ਮਹੀਨੇ ਦਾ ਬੱਚਾ ਤਾਂ ਅੱਜ ਤੋਂ 1 ਲੱਖ ਸਾਲ ਪਹਿਲਾਂ ਵੀ ਆਪਣਾ ਸਾਹ ਆਪ ਲੈਂਦਾ ਸੀ। ਜੀ ਇੱਕ ਇਹਦਾ ਹਵਾ ਦੇ ਵਿੱਚ ਆਕਸੀਜਨ ਤੁਸੀਂ ਖਿੱਚ ਸਕਦੇ, ਖਿੱਚੋ। ਉਸ 1 ਮਹੀਨੇ ਦੇ ਬੱਚੇ ਨੂੰ ਇਹ PhD ਕਰਾ ਦੂਗਾ ਹਵਾ 'ਚੋਂ ਸਾਹ ਖਿੱਚਣ ਦੀ। ਬਿਲਕੁਲ ਇਹ ਸਮੁੱਚੇ ਦੇਸ਼ ਦੇ ਗਿਆਨ ਵਿਗਿਆਨ, ਸਮੁੱਚੇ ਦੇਸ਼ ਦੇ ਸਿਸਟਮ, ਸਾਰੇ ਕੁਝ ਦਾ ਮਜ਼ਾਕ ਉਡਾਉਂਦਾ। ਤੇ ਉਡਾਉਂਦਾ ਇਸ ਕਰਕੇ ਆ ਕਿ ਸਈਆਂ ਪੈ ਕੋਤਵਾਲ ਅਬ ਡਰ ਕਾਹੇ ਕਾ। ਜਦੋਂ ਨਰਿੰਦਰ ਮੋਦੀ ਸਾਹਿਬ ਜਦੋਂ ਜਾਂਦੇ ਆ ਤੇ ਭੱਜ ਕੇ ਜੱਫੀਆਂ ਪਾ ਕੇ ਮਿਲਦੇ ਆ, ਇਹ ਸਾਧ ਦੇ ਕਹਿਣ ਤੇ ਪਾਰਲੀਮੈਂਟ ਤੇ ਅਸੈਂਬਲੀ ਦੀਆਂ ਟਿਕਟਾਂ ਵੀ ਦੇ ਦਿੰਦੇ ਆ। ਸਾਧਾਂ ਦੇ ਹੱਥ 'ਚ ਦੇਸ਼ ਦਿੱਤਾ ਪਿਆ ਜੀ। ਤੇ ਫਿਰ ਉਹ ਜੋ ਮਰਜ਼ੀ ਆਖੇ,
ਉਹਦੀ ਹਰ ਗੱਲ ਲੋਕਾਂ ਸੁਣਨੀ ਹੈ, ਕਿਉਂਕਿ ਉਹਦੀ ਪਿੱਠ ਤੇ ਸਰਕਾਰ ਹੈ, ਸਰਕਾਰ ਨਹੀਂ ਸਰਕਾਰਾਂ ਨੇ। ਪੰਜ ਸਾਹਿਬ ਇਹਦਾ ਮਤਲਬ ਬੰਦਾ ਬਿਜ਼ਨਸ ਕਰਦਾ ਵੇ ਹਰ ਜਗ੍ਹਾ ਤੇ ਆਪਣੀ, ਪਹਿਲਾਂ ਇਹਦਾ ਦਵਾਈ ਉਹਨੂੰ ਪਹਿਲੇ ਪਹੁੰਚਾ ਦੇਣੀ ਹੈ, ਬਾਅਦ ਚ ਅਗਲੇ ਦਿਨ ਮੈਂ ਕਹਿੰਦਾ ਪਹਿਲਾਂ ਇਹ ਪੁੱਛੋ ਕਿ ਉਹਨੇ ਪਤੰਜਲੀ ਪੀਠ ਦੇ ਨਾਂ ਤੇ ਹੁਣ ਤੱਕ ਕਿੰਨੀਆਂ ਸਰਕਾਰਾਂ ਤੋਂ ਕਿੰਨੇ ਏਕੜ ਦੇ ਕਿੰਨੇ ਪਲਾਟ ਲਏ ਆ। ਜੀ ਪਟਿਆਲੇ ਦੇ ਰਾਜ ਪਰਿਵਾਰ ਨੇ ਇੱਕ ਬਹੁਤ ਵੱਡਾ ਉਹਨਾਂ ਦਾ ਮਹਿਲ ਹੁੰਦਾ ਸੀ ਹਿਮਾਚਲ ਪ੍ਰਦੇਸ਼ 'ਚ, ਉਹ ਬੱਚਿਆਂ ਦਾ ਬਾਲ ਭਵਨ ਬਣਾਉਣ ਵਾਸਤੇ ਡੋਨੇਟ ਕਰਤਾ ਸੀ ਅੱਜ ਤੋਂ 30 40 50 ਸਾਲ ਪਹਿਲਾਂ। ਜਦੋਂ ਉੱਥੇ ਭਾਜਪਾ ਦੀ ਸਰਕਾਰ ਆਈ ਜੀ, ਉਹਨਾਂ ਨੇ ਉਹ ਵੀ ਚੁੱਕ ਕੇ ਦੀ ਪਤੰਜਲੀ ਪੀਠ ਨੂੰ ਦੇ ਦਿੱਤਾ, ਜਿਹੜਾ ਉਸ ਰਾਜ ਪਰਿਵਾਰ ਨੇ ਦਿੱਤਾ ਸੀਗਾ ਇਸ ਕਰਕੇ ਕਿ ਤੁਸੀਂ ਬੱਚਿਆਂ ਦਾ ਭਵਨ ਬਣਾ ਦਿਓ। ਉਸ ਰਾਜ ਪਰਿਵਾਰ ਨੂੰ ਵੀ ਨਹੀਂ ਪੁੱਛਿਆ, ਕਿਉਂਕਿ ਭਾਜਪਾ ਵਾਲਿਆਂ ਨੇ ਬਾਬੇ ਤੋਂ ਪ੍ਰਚਾਰ ਕਰਵਾ ਕੇ ਵੋਟਾਂ ਲੈਣੀਆਂ ਸੀ ਜੀ, ਇਸ ਕਰਕੇ ਉਹਨੇ ਵੀ ਉਹਨੂੰ ਸੌਂਪਤਾ। ਪਹਿਲੇ ਜਿਹੜੇ ਪਲਾਟ ਸੀ ਇਹਨੂੰ ਕਾਂਗਰਸੀ ਦਿੰਦੇ ਰਹੇ, ਔਰ ਸਾਰਾ ਇਹ ਕਸੂਰ ਕਾਂਗਰਸੀਆਂ ਦਾ। ਉਹਨਾਂ ਨੇ ਇਹ ਸਾਧ ਨੂੰ ਚਮਲਾਇਆ ਸੀ, ਉਸ ਤੋਂ ਬਾਅਦ ਭਾਜਪਾ ਆ ਗਈ, ਫਿਰ ਇਹ ਉਹਨੂੰ ਵਰਤਣ ਲੱਗ ਪਈ। ਉਹਦੇ ਤੋਂ ਕੀ ਨਹੀਂ ਕਰਾਇਆ ਗਿਆ, ਔਰ ਹਰ ਪੁੱਠੇ ਕੰਮ ਦੇ ਵਿੱਚ ਇਹਦਾ ਸਾਥ ਦਿੱਤਾ, ਸਿਰਫ ਇਸ ਕਰਕੇ ਸਾਥ ਦਿੱਤਾ ਕਿ ਪੁੱਠੇ ਕੰਮ ਕਰਨ ਤੋਂ ਬਾਅਦ ਇਹ ਬਾਬਾ ਹਿੰਦੁਸਤਾਨ ਭਰ ਦੇ ਵਿੱਚ ਫੈਲੇ, ਆਪਣੇ ਚੇਲੇ ਤੇ ਚੇਲੀਆਂ ਤੋਂ ਸਾਨੂੰ ਵੋਟਾਂ ਦਵਾ ਦੂਗਾ ਜੀ। ਕਿਹੜੇ ਕੰਮ 'ਚ ਇਹਦਾ ਨਾਂ ਨਹੀਂ ਹੈ। ਬਿਲਕੁਲ। ਹੁਣ ਡਾਕਟਰੀ ਦੇ ਵਿੱਚ ਵੀ ਇਹ ਵਧੋ ਵਧੀ ਲੱਤ ਫਸਾਉਣ ਦੀ ਕੋਸ਼ਿਸ਼ ਕਰ ਰਿਹਾ, ਇਹ ਗਲਤ ਕਰਦਾ ਪਿਆ, ਉਹਨੂੰ ਰੋਕਣਾ ਚਾਹੀਦਾ ਜੀ। ਪਰ ਸਭ ਆਕਸੀਜਨ ਦੇ ਸਿਲੰਡਰਾਂ ਨੂੰ ਲੈ ਕੇ ਬਲੈਕ ਹੋ ਰਿਹਾ, ਤੇ ਹੁਣ ਨਵਨੀਤ ਕਾਲੜਾ ਦੇ ਖਿਲਾਫ ਕੇਸ ਵੀ ਦਰਜ ਕੀਤਾ ਗਿਆ। ਇਹ ਕੀ ਕਹਾਣੀ ਹੈ ਤੇ ਕੌਣ ਹੈ ਬੰਦਾ ਹੈ? ਦਿੱਲੀ ਦੇ ਵਿੱਚ ਸਿਲੰਡਰ ਜਦੋਂ ਮਿਲਦੇ ਨਹੀਂ ਸੀ, ਹਸਪਤਾਲਾਂ ਨੂੰ ਨਹੀਂ ਸੀ ਮਿਲਦੇ, ਕੇਂਦਰ ਸਰਕਾਰ ਤੇ ਦਿੱਲੀ ਦੀ ਰਾਜ ਸਰਕਾਰ ਦੋਵੇਂ ਹਾਈ ਕੋਰਟ ਵਿੱਚ ਵੀ ਝਗੜਦੀਆਂ ਸਨ, ਸੁਪਰੀਮ ਕੋਰਟ 'ਚ ਵੀ ਝਗੜਦੀਆਂ ਸਨ। ਅਚਾਨਕ ਪਤਾ ਲੱਗਾ ਕਿ ਉੱਥੇ ਖਾਨ ਮਾਰਕੀਟ ਦੇ ਸਿਲੰਡਰ ਪਏ ਨੇ, ਛਾਪਾ ਵੱਜਾ, ਫਿਰ ਪਤਾ ਲੱਗਾ ਕਿ ਬਹੁਤ ਸਾਰੇ ਸਿਲੰਡਰ ਨੇ ਜੀ। ਬਾਰ ਤੇ ਰੈਸਟੋਰੈਂਟ ਜਿਹੜੇ ਉਹਨਾਂ ਦੇ ਵਿੱਚ ਵੀ ਲਗਾ ਕੇ ਰੱਖੇ ਆ, ਹੋਰ ਗੋਦਾਮਾਂ 'ਚ ਵੀ ਰੱਖੇ। ਫਿਰ ਪਤਾ ਲੱਗਾ ਕਿ ਇੱਕ ਬੰਦਾ ਨਵਨੀਤ ਕਾਲੜਾ, ਉਹ ਬਾਹਰੋਂ ਮੰਗਾਉਂਦਾ ਵਿਦੇਸ਼ ਤੋਂ, ਤੇ ਉੱਥੇ ਨੇ ਆਪਣੇ ਬੰਦੇ ਰੱਖੇ ਆ, ਉਹਨਾਂ ਦੇ ਰਾਹੀਂ ਵੇਚਦਾ, ਔਰ 5-5 ਗੁਣੇ 6-6 ਗੁਣੇ ਰੇਟ ਦੇ ਉੱਤੇ ਵੇਚ ਰਿਹਾ ਵਿਦੇਸ਼ ਤੋਂ ਮੰਗਵਾ ਕੇ। ਉਹਦੇ 'ਚੋਂ ਗਿਣਤੀ ਮਿਣਤੀ ਹੋਈ ਕਿ ਉਹਨੇ ਮੰਗਾਏ ਕਿੰਨੇ ਆ ਤੇ ਵੇਚੇ ਕਿੰਨੇ ਆ, ਹੁਣ ਤੱਕ ਕਿਸੇ ਨੇ ਆਡਿਟ ਹੀ ਕੋਈ ਨਹੀਂ ਸੀ ਕੀਤਾ ਜੀ। ਪਤਾ ਲੱਗਾ ਕਿ 40 ਕਰੋੜ ਰੁਪਏ ਦਾ ਮਾਲ ਉਹ ਵੇਚ ਚੁੱਕਾ। ਕਮਾਲ ਹੈ। ਜਦੋਂ ਇਹ ਛਾਪਾ ਵੱਜ ਗਿਆ ਤੇ ਛਾਪੇ ਤੋਂ ਬਾਅਦ ਸਿਆਪਾ ਪੈ ਗਿਆ, ਉਹ ਹੁਣ ਲੱਭਦਾ ਨਹੀਂ। ਸਾਡੇ ਹਿੰਦੁਸਤਾਨ ਦੀਆਂ ਜਾਂਚ ਏਜੰਸੀਆਂ ਦੀ ਇੱਕ ਗੱਲ ਤੇ ਬਹੁਤ ਮਸ਼ਹੂਰ ਆ ਦੁਨੀਆ ਭਰ 'ਚ, ਕਿ ਸਭ ਕੁਝ ਅੱਖਾਂ ਸਾਹਮਣੇ ਹੁੰਦਾ ਹੋਵੇ, ਰੋਕਦੀਆਂ ਨਹੀਂ ਜੀ। ਜਦੋਂ ਸੱਪ ਲੰਘ ਜਾਂਦਾ ਤੇ ਲਕੀਰ ਤੇ ਸੋਟੇ ਮਾਰਨ ਦੇ ਵਿੱਚ ਸਾਡੇ ਹਿੰਦੁਸਤਾਨ ਦੀਆਂ ਏਜੰਸੀਆਂ ਦਾ ਕੋਈ ਮੁਕਾਬਲਾ ਨਹੀਂ। ਅੱਗਾ ਇਹਨਾਂ ਦਾ ਸ਼ੇਰ ਦਾ ਤੇ ਪਿਛਾ ਗਿੱਦੜ ਦਾ ਵੀ ਹੈ ਨਹੀਂ, ਜਿਹਦੇ ਵੀ ਕਿਸੇ ਦੇ ਖਿਲਾਫ ਪੈਂਦੀਆਂ ਨੇ ਲੁੱਕ ਆਊਟ ਕਾਰਨਰ ਵੀ ਕਰ ਦਿਓ, ਵਿਦੇਸ਼ ਨਾ ਭੱਜ, ਇੱਥੇ ਫੜ ਲਓ, ਉੱਥੇ ਫੜ ਲਓ, ਸਭ ਕੁਝ ਕਰਦੇ ਨੇ। ਕਰ ਕੇ ਹੁਣ ਮੁੜ ਕੇ ਕੀ ਹੋਣਾ? ਅੱਜ ਤੱਕ ਕੋਈ ਲਲਿਤ ਮੋਦੀ, ਕੋਈ ਗਲਤ ਮੋਦੀ ਫੜਿਆ ਗਿਆ ਜੀ? ਕੋਈ ਨਹੀਂ ਫੜਿਆ, ਕੋਈ ਨਹੀਂ ਫੜਿਆ ਗਿਆ ਜੀ। ਉਹ ਸਾਰੇ ਪਤਾ ਵੀ ਇੱਥੋਂ ਕਿੱਥੇ ਜਾਂਦੇ ਨੇ। ਤੇ ਇਸ ਕਾਲੜੇ ਨੇ ਤਾਂ ਸਿਲੰਡਰ ਵੀ ਉਸ ਦੇਸ਼ 'ਚੋਂ ਮੰਗਾਏ ਆ ਜਿੱਥੇ ਹੁਣ ਤੱਕ ਲਲਿਤ ਮੋਦੀ, ਨੀਰਵ ਮੋਦੀ, ਫਲਾਨਾ ਮੋਦੀ ਜਾਂ ਵਿਜੇ ਮਾਲਿਆ, ਸਾਰੇ ਜਣੇ ਜਿਹੜੇ ਦੇਸ਼ ਵਿੱਚ ਜਾ ਕੇ ਲੁਕਦੇ ਆ, ਉਹ ਤਾਂ ਪਹਿਲੇ ਉਸ ਦੇਸ਼ 'ਚੋਂ ਸਿਲੰਡਰ ਮੰਗਾਉਣ ਡਿਆ, ਤੇ ਹੁਣ ਵੀ ਹੋ ਸਕਦਾ ਉੱਥੇ ਹੀ ਬੈਠਾ ਹੋਵੇ, ਉਹਦਾ ਕਰ ਕੀ ਲੈਣਗੇ ਜੀ। ਬੈਠਾ ਟਿਕਾਣੇ ਦੇ ਉੱਤੇ ਬੰਦਾ ਉੱਥੇ ਟਿਕਾ ਰਹੇਗਾ। 40 ਕਰੋੜ ਦਾ ਮਾਲ ਜਿਹੜਾ ਇੱਥੇ ਉਹਨੇ ਵੇਚਿਆ, ਉਹ 40 ਕਰੋੜ ਇੱਥੇ ਥੋੜ੍ਹਾ ਰੱਖਿਆ ਹੋਊਗਾ ਜੀ, ਲੈ ਚੁੱਕਾ ਹੋਊਗਾ। ਬਿਲਕੁਲ। ਪਰ ਸਰ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਅਜੇ ਤੱਕ ਰੁਕ ਨਹੀਂ ਰਹੀਆਂ। ਹੁਣ ਫਿਰ ਗੋਲੀਬਾਰੀ ਹੋਈ ਹੈ, ਜਨਮ ਦਿਨ ਦੀ ਪਾਰਟੀ ਮਨਾ ਰਹੇ ਸੀਗੇ ਸ਼ਾਇਦ, ਉੱਥੇ ਫਿਰ ਕਈਆਂ ਦੀ ਮੌਤ ਹੋ ਗਈ ਹੈ। ਅਮਰੀਕਾ ਦੇ ਵਿੱਚ ਜਦੋਂ ਕਦੇ ਮੰਦੀ ਆਉਂਦੀ ਹੈ ਤੇ ਉਸ ਮੰਦੇ ਦੇ ਵਿੱਚ ਸਾਰਾ ਕੁਝ ਠੱਪ ਹੋ ਜਾਂਦਾ ਜੀ, ਉਦੋਂ ਵੀ ਉਹਨਾਂ ਦੀ ਇੱਕ ਇੰਡਸਟਰੀ ਚੱਲਦੀ ਰਹਿੰਦੀ, ਉਹ ਵਾਰ ਇੰਡਸਟਰੀ ਹੈ। ਵਿਦੇਸ਼ਾਂ ਨੂੰ ਹਥਿਆਰ ਵੇਚਣੇ, ਟੈਂਕ, ਤੋਪਾਂ, ਹਵਾਈ ਜਹਾਜ਼, ਤੇ ਨਾਲ ਦੂਜਾ ਇਹ ਕਿ ਜਿਹੜੇ ਸਮਾਲ ਆਰਮਜ਼ ਨੇ, ਪਿਸਤੌਲ ਤੇ ਸਧਾਰਨ ਦਨਾਲੀ ਬੰਦੂਕ ਤੋਂ ਲੈ ਕੇ ਜੀ ਆਟੋਮੈਟਿਕ ਰਾਈਫਲਾਂ ਤੱਕ ਲਾਇਸੈਂਸ ਦੀ ਲੋੜ ਕੋਈ ਨਹੀਂ। ਨਵਜੀਤ ਸਿੰਘ ਜਾਵੇ ਦੁਕਾਨ 'ਤੇ ਜਾ ਕੇ ਆਖੇ ਮੈਨੂੰ ਆਟੋਮੈਟਿਕ ਰਾਈਫਲ ਚਾਹੀਦੀ, ਉਹ ਕਹਿਣਗੇ ਇੰਨੇ ਪੈਸੇ ਕੱਢ ਤੇ ਲੈ ਜਾ, ਜਿਹੜਾ ਮਰਜ਼ੀ ਖਰੀਦ ਲਿਆ। ਉੱਥੋਂ ਦੀ ਪਾਰਲੀਮੈਂਟ 'ਚ ਕਈ ਵਾਰੀ ਇਹ ਮੁੱਦਾ ਉੱਠਿਆ ਕਿ ਛੋਟੇ ਛੋਟੇ ਬੱਚੇ ਆਟੋਮੈਟਿਕ ਰਾਈਫਲਾਂ ਲਿਆ ਕੇ, ਆਟੋਮੈਟਿਕ ਪਿਸਟਲ ਲਿਆ ਕੇ ਸਕੂਲਾਂ ਵਿੱਚ ਵਾਰਦਾਤਾਂ ਕਰਨ ਲੱਗ ਪਏ, ਇਹਦੇ ਉੱਤੇ ਪਾਬੰਦੀਆਂ ਲਾਓ। ਇਹ ਰੌਲਾ ਬਿਲ ਕਲਿੰਟਨ ਦੇ ਵੇਲੇ ਵੀ ਪਿਆ ਸੀ, ਜਾਰਜ ਬੁਸ਼ ਦੇ ਵੇਲੇ ਵੀ ਪਿਆ ਸੀ, ਬਰਾਕ ਓਬਾਮਾ ਦੇ ਵੇਲੇ ਵੀ ਪਿਆ ਸੀ, ਡੋਨਲਡ ਟਰੰਪ ਦੇ ਵੇਲੇ ਵੀ ਪਿਆ ਸੀ, ਹੁਣ ਫਿਰ ਪੈਂਦਾ ਜੀ। ਉਹਨਾਂ ਦੀ ਪਾਰਲੀਮੈਂਟ 'ਚ ਮੁੜ ਉੱਠਦਾ। ਹੁਣ 2-3 ਦਿਨ ਪਹਿਲਾਂ ਇੱਕ ਬੱਚੀ ਨੇ ਸਕੂਲ 'ਚ ਚਲਾਤੀਆਂ ਗੋਲੀਆਂ। ਕੱਲ੍ਹ ਇੱਕ ਪਰਿਵਾਰ ਦੇ ਵਿੱਚ ਬਰਥਡੇ ਫੰਕਸ਼ਨ ਚੱਲਦਾ ਪਿਆ, ਜਨਮ ਦਿਨ ਦੀ ਪਾਰਟੀ ਹੈ, ਉਹਦੇ ਵਿੱਚ ਇੱਕ ਬੰਦਾ ਆਇਆ, ਬੰਦੇ ਦੇ ਨਾਲ ਉਹਦੀ ਇੱਕ ਗਰਲਫਰੈਂਡ ਆ ਗਈ। ਗਰਲਫਰੈਂਡ ਨੇ ਨਹੀਂ, ਉਹ ਗਰਲਫਰੈਂਡ ਆਈ ਆ ਤੇ ਉਹ ਆਪਣੇ ਨਾਲ ਆਪਣਾ ਬॉयਫ੍ਰੈਂਡ ਲੈ ਆਈ ਆ, ਤੇ ਉਹਨੇ ਆ ਕੇ ਤੇ ਬॉयਫ੍ਰੈਂਡ ਨੇ ਕੱਢੀ ਗਨ ਤੇ ਚਲਾਤੀਆਂ ਗੋਲੀਆਂ।
ਕਿੰਨੇ ਸਾਰੇ ਲੋਕ ਮਾਰਤੇ, ਮੁੜ ਕੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜੀ। ਇਹ ਤਮਾਸ਼ਾ ਇੱਥੇ ਹੋਇਆ ਫਿਰਦਾ। ਇਹਦੇ ਉੱਤੇ ਅਮਰੀਕਾ ਦੇ ਲੋਕਾਂ ਨੂੰ ਸੋਚਣਾ ਪਏਗਾ ਕਿ ਜੇ ਉਹਨਾਂ ਦੀ ਸਰਕਾਰ ਇਹੋ ਜਿਹਾ ਕੁਝ ਨਹੀਂ ਸੋਚਦੀ, ਲੋਕਾਂ ਨੂੰ ਆ ਗਲੀ ਬਾਜ਼ਾਰ ਥਾਂ ਥਾਂ ਇੱਕ ਦਿਨ ਪਹਿਲਾਂ ਦੀ ਗੱਲ ਹੈ, ਨਿਊਯਾਰਕ ਦੇ ਵਿੱਚ ਬਾਜ਼ਾਰ ਦੇ ਵਿੱਚ ਕਿਸੇ ਨੇ ਗੋਲੀਆਂ ਚਲਾਤੀਆਂ। ਜੀ। ਜੇ ਗੋਲੀਬਾਰੀ ਦੀਆਂ ਘਟਨਾਵਾਂ ਸਰਕਾਰ ਨਹੀਂ ਰੋਕਦੀ ਤੇ ਫਿਰ ਲੋਕਾਂ ਨੂੰ ਇਹਦੇ ਖਿਲਾਫ ਇੱਕ ਵਾਰੀ ਮੈਦਾਨ 'ਚ ਉੱਦਾਂ ਹੀ ਆਉਣਾ ਪਊਗਾ, ਜਿਸ ਤਰ੍ਹਾਂ ਜਾਰਜ ਫਲਾਇਡ ਦੇ ਕੇਸ ਦੇ ਉੱਤੇ ਜਿਹੜਾ ਨਸਲਵਾਦੀ ਢੰਗ ਨਾਲ ਪੁਲਿਸ ਵਾਲਿਆਂ ਨੇ ਬੰਦਾ ਮਾਰਤਾ ਸੀ, ਜੀ। ਉਹਦੇ ਸਵਾਲ ਦੇ ਉੱਤੇ ਵੀ ਤੇ ਲੋਕ ਬਾਜ਼ਾਰਾਂ 'ਚ ਆਏ ਸਨ, ਸੜਕਾਂ 'ਤੇ ਆਏ ਸਨ। ਆਹ ਜਿਹੜੀਆਂ ਘਟਨਾਵਾਂ ਹੋ ਰਹੀਆਂ, ਇਹਨਾਂ ਨੂੰ ਵੀ ਜੇ ਸਰਕਾਰ ਨਹੀਂ ਰੋਕਦੀ, ਜੇ ਸਰਕਾਰ ਕਾਰੋਬਾਰ ਦਾ ਧਿਆਨ ਹੀ ਅਜੇ ਵੀ ਰੱਖਣਾ ਚਾਹੁੰਦੀ, ਕਮਾਈ ਦਾ ਧਿਆਨ ਰੱਖਣਾ ਚਾਹੁੰਦੀ, ਤੇ ਇੱਕ ਦਿਨ ਲੋਕਾਂ ਨੂੰ ਅੱਕ ਕੇ ਸੜਕਾਂ 'ਤੇ ਆਉਣਾ ਪਏਗਾ ਤਾਂ ਕਿ ਉਹਨਾਂ ਦੇ ਬੱਚੇ ਬਚੇ ਰਹਿਣ। ਉਹ ਸਭ ਗੱਲ ਬਿਲਕੁਲ ਸਹੀ ਹੈ। ਜਦੋਂ ਤੱਕ ਗਨ ਕਲਚਰ 'ਤੇ ਕੰਟਰੋਲ ਨਹੀਂ ਹੁੰਦਾ, ਜਦੋਂ ਤੱਕ ਇਹ ਘਟਨਾਵਾਂ ਰੁਕਦੀਆਂ ਨਹੀਂ, ਸਰਕਾਰਾਂ ਕੁਝ ਕਰਦੀਆਂ ਨਹੀਂ, ਉਦੋਂ ਤੱਕ ਕੁਝ ਹਾਲਾਤ ਸਹੀ ਨਹੀਂ ਹੋ ਸਕਦੇ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਖਬਰਾਂ ਦੀ ਚਰਚਾ ਕਰਨ ਲਈ। ਸੋ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।